हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਹਾਂ ਇਲੈਕਟ੍ਰੋਕੈਮਿਸਟਰੀ। ऑलरेडी ਇਹਦੇ ਰਿਗਾਰਡਿੰਗ ਕਾਫੀ ਵੀਡੀਓਜ਼ ਅਪਲੋਡ ਹੋ ਚੁੱਕੀਆਂ। ਦ ਨੈਕਸਟ ਟੌਪਿਕ ਇਜ਼ ਇਲੈਕਟ੍ਰੋਕੈਮੀਕਲ ਸੈਲ ਔਰ ਗਲਵੈਨਿਕ ਸੈਲ। ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਐਂਡ ਸਪੈਸ਼ਲੀ ਮੈਂਸ਼ਨਡ ਇਨ ਦਾ ਸਿਲੇਬਸ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਇਹ ਸੈੱਲ ਬਾਰੇ। ਠੀਕ ਹੈ, ਸੋ ਇਹਨੂੰ ਆਪਾਂ ਡਿਸਕਸ ਕਰਾਂਗੇ ਤੇ ਬਹੁਤ ਜ਼ਿਆਦਾ ਈਜ਼ੀ ਸੈੱਲ ਆ, ਬਹੁਤ ਇੰਪੋਰਟੈਂਟ ਦੇ ਨਾਲ ਹੋਣ ਦੇ ਨਾਲ ਬਹੁਤ ਜ਼ਿਆਦਾ ਈਜ਼ੀ ਵੀ ਹੈਗਾ। मैं ਤੁਹਾਨੂੰ बहुत ਈਜ਼ੀ ਵੇ ਨਾਲ ਸਮਝਾਵਾਂਗੀ। ਲਾਸਟ ਸਟੈਪ ਮੈਨੂੰ ਕਨਕਲੂਡ ਕਰਕੇ ਬਹੁਤ ਸ਼ਾਰਟ ਟ੍ਰਿਕ ਵੀ ਕਰ ਦਵਾਂਗੀ ਕਿ ਸ਼ਾਰਟ ਜਿਹਾ ਟ੍ਰਿਕ ਕੋਈ ਆਪਾਂ ਕਰ ਲਵਾਂਗੇ ਜਿਹਦੇ ਨਾਲ ਸਾਰਾ ਕਨਕਲੂਜਨ ਵੀ ਆਪਾਂ ਆਰਾਮ ਨਾਲ ਕਰ ਲਾਂਗੇ। ਸੋ ਇਹਦੇ ਵਿੱਚ ਮੈਂ ਜ਼ਿਆਦਾ ਇੱਥੇ ਬਹੁਤ ਕੁਝ ਨਹੀਂ ਲਿਖਿਆ, ਇਸ ਲਈ ਮੈਂ ਤੁਹਾਨੂੰ ਕਹੂੰਗੀ ਕਿ ਜਦੋਂ ਮੈਂ ਤੁਹਾਨੂੰ ਇਹ ਸੈੱਲ ਸਮਝਾ ਰਹੀ ਹੋਵਾਂਗੀ ਜੋ ਇੰਪੋਰਟੈਂਟ ਪੁਆਇੰਟ ਹੋਣਗੇ ਤੁਸੀਂ ਨਾਲ ਵੀਡੀਓ ਨੂੰ ਰੋਕ ਕੇ ਨੋਟ ਕਰ ਲੈਣਾ। ਠੀਕ ਹੈ ਜੀ। ਸੋ ਫਰਸਟ ਆਫ ਆਲ what are the electrochemical cells? Electrochemical cells ਹੁੰਦੇ ਕੀ ਆ? ਇਹ ਵੀ ਇੱਕ ਡਿਵਾਈਸ ਹੈ in which chemical energy of spontaneous redox reaction is converted into electrical energy। यानी कितने देखा जावे यानी chemical energy converted into electrical energy। ਇਹ ਚ ਕੰਮ ਕੀ ਹੋਇਆ? chemical energy। but chemical energy ਕਿੱਥੋਂ ਆਈ? of spontaneous redox reaction। what are the redox reaction? ਪਹਿਲੇ ਚੈਪਟਰ ਪਹਿਲੀ ਵੀਡੀਓ ਚ ਕਰਾਇਆ ਸੀ ਮੈਂ ਕਿ redox reaction ਕੀ ਹੁੰਦੀ, ਜਿਹਦੇ ਵਿੱਚ both oxidation ਵੀ ਹੋਵੇ as well as reduction ਵੀ ਹੋਵੇ। ਜੇ ਚ oxidation ਤੇ reduction ਦੋਨੀ ਹੁੰਦੀਆਂ that is called redox reaction। and what is the spontaneous redox reaction? spontaneous ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੇ ਆਪ ਪ੍ਰੋਸੈਸ ਹੁੰਦੀਆਂ, ਤੁਹਾਨੂੰ ਉਹਨਾਂ ਲਈ ਜ਼ਿਆਦਾ ਕੋਈ એનર્ਜੀ ਅਪਲਾਈ ਨਹੀਂ ਕਰਨੀ ਪੈਂਦੀ। that means spontaneous ਆਪਣੇ ਆਪ ਇੱਕ redox reaction ਹੋਈ, ਉਹਦੇ ਵਿੱਚੋਂ ਨਿਕਲੀ ਕੈਮੀਕਲ એનર્ਜੀ ਤੇ ਉਹ ਕੈਮੀਕਲ એનર્ਜੀ ਕਿਹ ਚ ਕਨਵਰਟ ਹੋ ਗਈ ਇਲੈਕਟ੍ਰੀਕਲ એનર્ਜੀ। ਇਦਾਂ ਦਾ ਸੈੱਲ ਉਹਨੂੰ ਕੀ ਕਹਿੰਦਾ ਆਪਾਂ? ਇਲੈਕਟ੍ਰੋਕੈਮੀਕਲ ਸੈੱਲ। ਔਰ ਗਲਵੈਨਿਕ ਸੈੱਲ ਨਾਮ ਚ ਹੈ ਇਲੈਕਟ੍ਰੀਸਿਟੀ, ਕੈਮੀਕਲ मतलब ਕੈਮੀਕਲ એનર્ਜੀ। क्लियर? केमिकल एनर्जी तो आप इलेक्ट्रिसिटी प्रोड्यूस कर ली, नाम की पै गया इलेक्ट्रोकैमिकल सैल। ओके ਅਸੀਂ ਜਿਹੜੇ ਅੱਗੇ ਡੈਨੀਅਲ ਸੈੱਲ ਹੁੰਦੇ ਉਹਦੀ ਐਗਜ਼ਾਮਪਲ ਹੁੰਦੇ ਆ, ਜਿਹਦਾ ਉਹ ਚ ਇੱਕ ਐਗਜ਼ਾਮਪਲ ਲਈ ਅਸੀਂ ਇਹ ਵਾਲੇ ਸੈੱਲ ਦੀ ਲਈ ਹੈਗੀ ਹੈ। ਠੀਕ ਹੈ, ਉਹ ਇੱਕ ਸਾਇੰਟਿਸਟ ਦੇ ਨਾਮ ਤੋਂ ਪਿਆ ਡੈਨੀਅਲ ਸੈੱਲ ਵੀ। ਸੋ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਆਕਸੀਡੇਸ਼ਨ ਰਿਡਕਸ਼ਨ ਬਿਲਕੁਲ ਕਲੀਅਰ ਹੋਣਾ ਚਾਹੀਦਾ। ਹੁਣ ਸਭ ਤੋਂ ਪਹਿਲਾਂ ਇਹ ਸਮਝਦੇ ਕੰਸਟਰਕਸ਼ਨ, ਕਿਉਂਕਿ ਕੰਸਟਰਕਸ਼ਨ ਤੋਂ ਹੀ ਅੱਗੇ ਸਾਰਾ ਪ੍ਰੋਸੀਜਰ ਸਮਝ ਆਉਂਦਾ। ਕਲੀਅਰ? ਕੰਸਟਰਕਸ਼ਨ ਏਦਾਂ ਆ ਕਿ ਅਸੀਂ ਦੋ ਇਲੈਕਟ੍ਰੋਡ ਲਏ, ਇੱਕ ਜ਼ਿੰਕ ਇੱਕ ਕਾਪਰ ਦਾ। ਕਲੀਅਰ? ਇਹ ਜ਼ਿੰਕ ਦਾ ਹੈਗਾ, ਦਿਸ ਇਜ਼ ਆਫ ਕਾਪਰ। ਇਹ ਜ਼ਿੰਕ ਦੀ ਰੋਡ ਹੈਗੀ ਆ, ਇਹ ਹੈਗੀ ਕਾਪਰ ਦੀ ਰੋਡ। ਦੇ ਬੋਥ ਐਕਟ ਐਜ਼ ਇਲੈਕਟ੍ਰੋਡ, ਵਨ ਇਜ਼ ਐਨੋਡ ਅਨਦਰ ਇਜ਼ ਕੈਥੋਡ। ਬਿਲਕੁਲ ਸਮਝ ਆਏਗਾ, ਧਿਆਨ ਨਾਲ ਸੁਣਨਾ। ਇੱਕ ਬੀਕਰ ਦੇ ਵਿੱਚ ਮੈਂ 1 ਮੋਲਰ ਜ਼ਿੰਕ ਸਲਫੇਟ ਦਾ ਸੋਲੂਸ਼ਨ ਲੈ ਲੈਣਾ, ਦੂਸਰੇ ਬੀਕਰ ਦੇ ਵਿੱਚ ਮੈਂ 1 ਮੋਲਰ ਕਾਪਰ ਸਲਫੇਟ ਦਾ ਸੋਲੂਸ਼ਨ ਲੈਣਾ। ਕਿਹਦਾ ਲਿਆ? ਜ਼ਿੰਕ ਰੋਡ ਕਿਹੜੇ ਚ ਡਿਪ ਕੀਤੀ? 1 ਮੋਲਰ ਜ਼ਿੰਕ ਸਲਫੇਟ ਸੋਲੂਸ਼ਨ ਦੇ ਵਿੱਚ, ਤੇ ਕਾਪਰ ਨੂੰ ਜ਼ਿੰਕ ਦੀ ਰੋਡ ਨੂੰ ਆਪਾਂ ਕਿਹਦੇ ਵਿੱਚ ਪਾਇਆ? 1 ਮੋਲਰ ਜ਼ਿੰਕ ਸਲਫੇਟ ਸੋਲੂਸ਼ਨ ਚ, ਤੇ ਕਾਪਰ ਦੀ ਰੋਡ ਨੂੰ ਕਿਹ ਚ ਪਾਇਆ? 1 ਮੋਲਰ ਕਾਪਰ ਸਲਫੇਟ ਸੋਲੂਸ਼ਨ ਚ। ਠੀਕ ਆ ਜੀ, ਐਨੀ ਗੱਲ ਕਲੀਅਰ? ਉਸ ਤੋਂ ਬਾਅਦ ਜਿਹੜੇ ਇਹ ਦੋ ਸੋਲੂਸ਼ਨਸ ਆ, ਇਹ ਦੋ ਸੋਲੂਸ਼ਨ ਇਹਨਾਂ ਨੂੰ ਜਿਸ ਚੀਜ਼ ਨਾਲ ਕਨੈਕਟ ਕੀਤਾ ਉਹ ਹੈਗੀ ਸਾਲਟ ਬ੍ਰਿਜ। ਕਿਹਨਾਂ ਕਨੈਕਟ ਕੀਤਾ? ਸਾਲਟ ਬ੍ਰਿਜ ਨਾਲ। ਸਾਰਾ ਫੰਕਸ਼ਨ ਆਪਾਂ ਚੰਗੀ ਤਰ੍ਹਾਂ ਸਾਰਾ ਸਮਝਾਂਗੇ, ਤੁਸੀਂ ਜਸਟ ਥੋੜਾ ਥੋੜਾ ਦੇਖੋ। ਇਹ ਦੋ ਇਲੈਕਟ੍ਰੋਡਸ ਮੈਂ ਇੱਕ ਵਾਇਰ ਦੇ ਨਾਲ ਕਨੈਕਟ ਕੀਤੇ, ਵਿੱਚ ਲਗਾਈ ਆ ਕੀ? ਨਾਲ ਲਗਾਇਆ ਮੈਂ ਐਮੀਟਰ। ਠੀਕ ਹੈ, ਇੰਨੀਆਂ ਗੱਲਾਂ ਪਹਿਲਾਂ ਕੰਸਟਰਕਸ਼ਨ ਚ ਕਲੀਅਰ ਹੋਣੀਆਂ ਚਾਹੀਦੀਆਂ। ਜ਼ਿੰਕ ਰੋਡ ਨੂੰ ਮੈਂ ਡਿਪ ਕੀਤਾ ਜ਼ਿੰਕ ਸਲਫੇਟ ਸੋਲੂਸ਼ਨ ਚ, ਕਾਪਰ ਰੋਡ ਨੂੰ ਮੈਂ ਕੀਤਾ ਡਿਪ ਕਾਪਰ ਸਲਫੇਟ ਸੋਲੂਸ਼ਨ ਚ। ਦੋਨਾਂ ਇਲੈਕਟ੍ਰੋਡਸ ਨੂੰ ਆਪਸ ਚ ਕਨੈਕਟ ਕੀਤਾ ਥਰੂ ਅ ਵਾਇਰ ਐਂਡ ਉੱਥੇ ਇੱਕ ਕੀ ਲਗਾਈ ਤੇ ਇੱਕ ਐਮੀਟਰ। ਕਲੀਅਰ? ਦੋ ਸੋਲੂਸ਼ਨ ਮੈਂ ਕਿੰਨਾ ਕਨੈਕਟ ਕੀਤੇ ਆ? ਸਾਲਟ ਬ੍ਰਿਜ ਨਾਲ। ਐਨੀ ਗੱਲ ਕਲੀਅਰ? ਇੱਥੇ ਅਸੀਂ ਵੂਲ ਜਾਂ ਕਾਟਨ ਦਾ ਪਾਰਟਸ ਮਟੀਰੀਅਲ ਲਗਾ ਦਿੱਤਾ ਤਾਂ ਕਿ ਸਪਾਰਕਿੰਗ ਵਗੈਰਾ ਨਾ ਹੋਵੇ। ਠੀਕ ਹੈ, ਇਹ ਸੋਲੂਸ਼ਨ ਦੇ ਵਿੱਚ ਤੱਕ ਜਾਣਾ ਤੁਸੀਂ ਇਹਨੂੰ ਹੋਰ ਤੱਕ ਕਰ ਸਕਦੇ ਹੋ। ਠੀਕ ਹੈ ਜੀ, ਇਹ ਹੈਗੀਆਂ ਸਾਲਟ ਬ੍ਰਿਜ। ਠੀਕ ਆ, ਹੁਣ ਸਾਲਟ ਬ੍ਰਿਜ ਦੇ ਵਿੱਚ ਕਿਹਦਾ ਮਟੀਰੀਅਲ ਹੁੰਦਾ ਆ? ਸਾਲਟ ਬ੍ਰਿਜ ਦੇ ਵਿੱਚ ਹੁੰਦਾ ਸਾਡੇ ਕੋਲ, ਸਾਲਟ ਬ੍ਰਿਜ ਦੇ ਸਾਡੇ ਵਿੱਚ ਹੁੰਦਾ KCl, KNO3, NH4, NO3। ਕਲੀਅਰ? KCl, KO3, NHNO3, NH4, NO3। ਇਸ ਸੋਲੂਸ਼ਨ ਕਿੱਦਾਂ ਦਾ ਲਿਆ ਹੁੰਦਾ? ਆਪਾਂ ਸੈਚੂਰੇਟਡ ਸੋਲੂਸ਼ਨ ਲਿਆ ਹੁੰਦਾ। ਕਿਹੜਾ ਲਿਆ ਹੁੰਦਾ? ਸੈਚੂਰੇਟਡ, ਤਾਂ ਹੀ ਇਹ ਕੈਮੀਕਲੀ ਰਿਐਕਟ ਨਾ ਕਰੇ। ਤੇ ਇਹ ਅਸੀਂ ਸੋਲੂਸ਼ਨ ਕਿਹ ਚ ਲੈਨੇ ਆ? ਅਗਰ ਜੈਲੀ ਜਾਂ ਫਿਰ ਜੈਲੇਟਿਨ। ਅਗਰ ਜੈਲੀ ਲਿਖ ਲਓ ਤੁਸੀਂ, ਜਾਂ ਜੈਲੇਟਿਨ।
क्योंकि ਇਹਦੇ ਵਿੱਚ ਇਹ ਆਪਸ ਚ ਕੈਮੀਕਲੀ ਰਿਐਕਟ ਨਹੀਂ ਕਰਦਾ। ਅਸੀਂ ਸੋਲੂਸ਼ਨ ਸੈਚੂਰੇਟਡ ਸੋਲੂਸ਼ਨ ਲੈਣਾ ਜਿਹੜਾ ਆਪਸ ਚ ਰਿਐਕਟ ਨਾ ਕੈਮੀਕਲੀ ਰਿਐਕਟ ਜਿਹੜਾ ਉਹ ਨਾ ਕਰੇ। ਕਲੀਅਰ। ਸੋ ਇਹ ਨਿੱਕੇ ਨਿੱਕੇ ਪੁਆਇੰਟ ਹੈ ਨਾ ਨੋਟ ਕਰੀ ਜਾਣਾ। ਕਲੀਅਰ। ਸੋ ਇੱਥੇ ਤੱਕ ਕਲੀਅਰ ਹੋ ਗਿਆ ਕਿ ਜ਼ਿੰਕ ਰੋਡ ਨੂੰ ਜੀ ਜ਼ਿੰਕ ਸਲਫੇਟ ਸੋਲੂਸ਼ਨ ਚ ਡਿਪ ਕੀਤਾ, ਕਾਪਰ ਰੋਡ ਨੂੰ ਕਾਪਰ ਸਲਫੇਟ ਸੋਲੂਸ਼ਨ ਚ, ਦੋਨਾਂ ਨੂੰ ਇੱਕ ਵਾਇਰ ਦੇ ਥਰੂ ਕੀ ਐਂਡ ਐਮੀਟਰ ਦੇ ਨਾਲ ਕਨੈਕਟ ਕਰ ਦਿੱਤਾ। ਜੋ ਸੋਲੂਸ਼ਨ ਸੀ ਉਹਨਾਂ ਨੂੰ ਆਪਾਂ ਸਾਲਟ ਬ੍ਰਿਜ ਨਾਲ ਕਨੈਕਟ ਕੀਤਾ। ਸਾਲਟ ਬ੍ਰਿਜ ਇੱਕ ਯੂ ਸ਼ੇਪ ਟਿਊਬ ਹੁੰਦੀ ਹੈ। ਸਾਲਟ ਬ੍ਰਿਜ ਬਾਰੇ ਲਿਖ ਲਓ ਥੋੜਾ। ਸਾਲਟ ਬ੍ਰਿਜ ਕੀ ਹੁੰਦੀ ਆ? ਇੱਕ ਯੂ ਸ਼ੇਪ ਟਿਊਬ ਹੁੰਦੀ ਆ ਜਿਹਦੇ ਵਿੱਚ ਸੈਚੂਰੇਟਡ ਸੋਲੂਸ਼ਨ ਹੁੰਦਾ। ਕੰਟੇਨ ਕੀ ਕਰਦੀ ਆ? ਸੈਚੂਰੇਟਡ ਸੋਲੂਸ਼ਨ of KCl ਹੋ ਸਕਦਾ, KNO3, NH4NO3 ਅਸੀਂ ਲੈਨੇ ਆ ਇਹ ਇਨ ਅਗਰ ਚੱਲੀ ਤਾਂ ਕਿ ਇਹ ਕੈਮੀਕਲੀ ਰਿਐਕਟ ਨਾ ਕਰੇ और ज्यादा क्लियर। सो ये केमिकली आपस च रिएक्ट ना करे, इन्नी गल तुहानू क्लियर आ। उस तो बाद हुण इहदी करदे आ थोड़ा जी वर्किंग कि जदों आपां फील्ड इहनू दित्ता ते जिहड़ी जिंक दी रॉड आ ना वो की हो गई ऑक्सीडाइज हो गई, यानी जिंक इत्थों थोड़ा थोड़ा ऑक्सीडाइज होके किथे चल गया, जिंक 2 पॉजिटिव बन गया, सोल्यूशन दे विच चल गया। यानी कि जिंक दी रॉड ने अपना वेट थोड़ा की करता लॉस कर दिता, खुरन जी लग पई इत्थे। बट जेड़ा कॉपर सल्फेट सीगा इहदे विच कॉपर जेड़ा आ कॉपर 2 पॉजिटिव होएगा वो अपनी रॉड दी साइड ते जाके की होण लग पिया, जमा होण लग पिया। ये पॉइंट है नोट करने वाली क्योंकि इस क्वेश्चन इदां ही बनने जो मैं तुहानू समझा रही हूं। जिंक दी रॉड की करेगी अपना वेट लॉस करेगी, होया कि जिंक जेड़ा आ उत्थे की हो गई ऑक्सीडेशन। ऑक्सीडेशन ये पॉइंट नोट कर लेने। ऑक्सीडेशन मतलब इन्हें लॉस ऑफ इलेक्ट्रॉन किया, पता ही है तुहानू लॉस ऑफ इलेक्ट्रॉन, यानी जिंक तो की बन गया जिंक 2 पॉजिटिव ते जिंक दी रॉड ने अपना वेट की कर दिता, वेट लॉस कर दिता। एक एक पॉइंट इंपॉर्टेंट है इहदा। कॉपर दी रॉड दे विच की होया, कॉपर 2 पॉजिटिव डिपॉजिट हो गया ऑन द रॉड, ठीक है। एंड इत्थे की हो गई रिडक्शन, इत्थे की हो गई रिडक्शन, यानी कि कॉपर डिपॉजिट हो गया, यानी कॉपर रॉड ने वेट की कर लिया, गेन कर लिया। बाद च ना मैं एक अद्धी ट्रिक दसनी, ओहदे नाल की होना सारा कंक्लूड हो जाना एक जगह। क्लियर, कोई टेंशन लेने वाली लोड़ नहीं है, बहुत ईजी है, तो समझने की बस कोशिश करो। जिंक दी रॉड ने की किया अपना वेट लॉस किया ते जिंक 2 पॉजिटिव सोल्यूशन च चल गया। अच्छा ये दसो इहदे विच जिंक 2 पॉजिटिव दी कॉन्सेंट्रेशन वधेगी कि घटेगी? जिंक दे केस दे विच सोल्यूशन दे विच ये पूछा जा सकदा क्वेश्चन, इन सोल्यूशन कॉन्सेंट्रेशन ऑफ जिंक 2 पॉजिटिव इंक्रीजेस। क्यों? क्योंकि जिंक 2 पॉजिटिव फर के सोल्यूशन च नहीं चल गया, सो इस करके उत्थे दी कॉन्सेंट्रेशन वध गई, पर इत्थों सारा निकल के किह च चल गया, रॉड दे कोल जमा हो गया। सो ये कॉपर दे केस दे विच कॉपर दे ये हैगा जिंक वाले पासे, जे कॉपर वाले पासे कहां उत्थे की हो जानी कॉन्सेंट्रेशन की हो जानी है, घट जानी है। क्यों? क्योंकि सारा कॉपर पॉजिटिव इधरों इकट्ठा होकर रॉड दे दुआले नहीं चल गया, सोल्यूशन च फिर घट गया। नोट कर लो ये सारे पॉइंट, बहुत इजी वे नाल मैं तुहानू समझा रही हूं, नोट कर लो। सो जिंक तो की हुई इत्थे की हो गई साडे कोल ऑक्सीडेशन, इत्थे की हो गई रिडक्शन, ते जिंक जिहड़ी आ जिंक ने की कीता, जिंक तो बनया जिंक 2 पॉजिटिव, जिंक तो की बनया जिंक 2 पॉजिटिव, ऑब्वियसली 2 इलेक्ट्रॉन लॉस करके बनया होना। क्लियर, 2 इलेक्ट्रॉन जिहड़े लॉस होए आ ये होके इधर नु जान लग पे, यानी इलेक्ट्रॉन्स जिहड़े आ जिंक तो किधर नु जान लग पे, कॉपर रॉड वाल नु जान लग पे। क्लियर, ये जदों की बंद करूंगी भी ध्यान रखियो, जदों की बंद करूंगा उदों सर्किट कंप्लीट होना, जदों की बंद करती सर्किट चलन लग पना उदों सारा ये काम शुरू होना। सो इन्हू बंद कर देना। इलेक्ट्रॉन चलन लग पे, जिधर हमेशा इलेक्ट्रॉन जांदे उस तो उल्टी साइड करंट आंदा। जे इलेक्ट्रॉन दा फ्लो जिंक टू कॉपर है ते करंट दा फ्लो की होएगा कॉपर टू जिंक वाली रोड वाल होएगा। ये गल्लां दा ध्यान रखना। इह च की होया, जिंक जिहड़ा आ ਉਹ ਜਾਣ ਲੱਗ ਪਿਆ, जिंक तो इलेक्ट्रॉन ਜਿਹੜੇ ਆ ਕਾਪਰ ਵੱਲ ਜਾਣ ਲੱਗ ਗਏ ਤੇ ਕਰੰਟ ਇੱਧਰ ਆਣ ਲੱਗ ਪਿਆ। ਠੀਕ ਹੈ, ਇਸ ਕੇਸ ਦੇ ਵਿੱਚ ਜਿਹੜੀ ਆਪਾਂ ਐਕਸਟਰਨਲ ਰੱਖਦੇ ਆ ਫੀਲਡ ਉਹ ਲੈਸ ਦੈਨ ਰੱਖਦੇ ਆ 1.1 ਵੋਲਟ ਤੋਂ। ਕਲੀਅਰ, ਸੋ ਇਹ ਵਾਲਾ ਪੁਆਇੰਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਐਕਸਟਰਨਲ ਜਿਹੜਾ ਰੱਖਦੇ ਆ ਲੈਸ ਦੈਨ 1.1 ਵੋਲਟ। ਉੱਥੇ ਵਰਕਿੰਗ ਸਾਰੀ ਹੋ ਰਹੀ ਆ। जिंक तो बन गया जिंक 2 पॉजिटिव प्लस 2 इलेक्ट्रॉन। ओके, कॉपर ने की कीता, वो 2 कॉपर 2 पॉजिटिव ने की कीता, वो 2 इलेक्ट्रॉन गेन कर लिए हो गई, तो की बन गया होना
कॉपर यानी इत्थे कोई ये रिएक्शन बहुत इंपॉर्टेंट है ऑक्सीडेशन ते इत्थे की हुई रिडक्शन क्लियर इत्थे हुई ऑक्सीडेशन दूसरे ते की हो गई रिडक्शन हो गई की पॉइंट हो गए हुन इहदे विच कॉन्सेंट्रेशन घट गई उच कॉन्सेंट्रेशन वध गई ਆਪਾਂ ਪੜਾਂਗੇ ਬਾਅਦ ਚ ਸॉल्ट ਬ੍ਰਿਜ ਕਿਉਂ ਲਈ ਉਹਦਾ ਕੀ ਫੰਕਸ਼ਨ ਆ ਉਹ ਵੀ ਕਰਾਂਗੇ ਠੀਕ ਹੈ ਸੋ ਪਹਿਲਾਂ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਕਿ ਇਹ ਕਿੱਦਾਂ ਹੋਇਆ ਆਕਸੀਡੇਸ਼ਨ ਕਿੱਥੇ ਹੋਈ ਰਿਡਕਸ਼ਨ ਦੇਖੋ ਹੁਣ ਸੈੱਲ ਦੇ ਅੰਦਰ ਆਕਸੀਡੇਸ਼ਨ ਵੀ ਹੋਈ ਰਿਡਕਸ਼ਨ ਵੀ ਹੋਈ ਇਸੇ ਕਰਕੇ ਇਹਦਾ ਨਾਮ ਰਿਡੌਕਸ ਰਿਐਕਸ਼ਨ ਅਸੀਂ ਇਹ ਚ ਕਿਹਾ ਸੀ ਕਿ ਇਹ ਚ ਰਿਡੌਕਸ ਰਿਐਕਸ਼ਨ ਹੁੰਦੀ ਆਕਸੀਡੇਸ਼ਨ ਵੀ ਹੁੰਦੀ ਹੈ ਰਿਡਕਸ਼ਨ ਵੀ ਹੁਣ ਤੁਸੀਂ ਇਹਨਾਂ ਨੂੰ ਨਾ ਯਾਦ ਕਿੱਦਾਂ ਰੱਖਣਾ ਇੰਨੀ ਚੀਜ਼ ਨੂੰ ਕਿੱਦਾਂ ਯਾਦ ਰੱਖਣਾ ਇੱਧਰ ਪਾਸ ਤੁਸੀਂ ਲੋਨ ਯਾਦ ਰੱਖਣਾ ਲੋਨ ਲੋਨ L4 loss of electron O4 oxidation A4 ਇਹਨੂੰ ਕੀ ਕਹਿੰਦੇ ਆ ਐਨੋਡ N4 ਇੱਥੇ ਕਿਹੜਾ ਚਾਰਜ ਹੋਣਾ 네ਗੇਟਿਵ ਚਾਰਜ ਕਲੀਅਰ ਜੇ ਤੁਹਾਨੂੰ ਇੰਨੀ ਚੀਜ਼ ਲੋਨ ਯਾਦ ਰੱਖਣ ਨਾਲ ਹੁੰਦੀ ਤੁਹਾਨੂੰ ਬਾਕੀ ਯਾਦ ਰੱਖਣ ਦੀ ਇਹੀ ਟ੍ਰਿਕ ਹੈ ਇਹਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਲੋਨ ਮਤਲਬ ਲਾਸ ਆਫ ਇਲੈਕਟ੍ਰੋਨ ਇੱਥੇ ਇਲੈਕਟ੍ਰੋਨ ਦਾ ਕੀ ਹੋਣਾ ਲਾਸ ਹੋਣਾ O4 oxidation ਇੱਥੇ ਕੀ ਹੋਣੀ oxidation ਹੋਣੀ ਇਧਰਲੀ ਸਾਈਡ A4 ਇਹ ਐਕਟ ਕਰੇਗਾ ਐਜ਼ ਐਨੋਡ N4 ਇੱਥੇ ਹੋ ਗਿਆ 네ਗੇਟਿਵ ਚਾਰਜ ਬਾਕੀ ਉਧਰ ਸਾਰਾ ਕੁਝ ਉਲਟ लॉस होया उधर गेन हो जाना ऑक्सीडेशन का उल्टा रिडक्शन एनोड का कैथोड नेगेटिव का उधर चार्ज किहड़ा हो गया पॉजिटिव क्लियर कई बार सीधे पूछा जाती है चीज सो ये चीज नोट डाउन कर लो उस तो बाद असं फंक्शन देखते हैं सॉल्ट ब्रिज की वर्किंग मैं समझा दी है कि करंट कितना फ्लो करन लग पिया ठीक है इलैक्ट्रॉन इधर उधर जान लग पे जो इलैक्ट्रॉन चलन लग पे करंट इधर आन लग पिया उल्टा हो जाता ठीक है ਨੈਕਸਟ ਅਸੀਂ ਦੇਖਦੇ ਹਾਂ ਫੰਕਸ਼ਨ ਆਫ ਸਾਲਟ ਬ੍ਰਿਜ ਬਹੁਤ ਇੰਪੋਰਟੈਂਟ ਆ ਪੁੱਛਿਆ ਜਾ ਸਕਦਾ ਕਿ ਸਾਲਟ ਬ੍ਰਿਜ ਦਾ ਕੀ ਫੰਕਸ਼ਨ ਆ ਕਿਉਂ ਆਪਾਂ ਇਹਦੇ ਚ ਸਾਲਟ ਬ੍ਰਿਜ ਯੂਜ਼ ਕੀਤੀ ਐਕਚੁਅਲੀ ਕੀ ਆ ਜਦੋਂ ਜ਼ਿੰਕ ਖੋਰ ਕੇ ਇੰਨਾ ਤੇ ਜ਼ਿੰਕ 2 ਪੋਜ਼ਿਟਿਵ ਆ ਗਿਆ ਬਹੁਤ ਸਾਰੇ ਪੋਜ਼ਿਟਿਵ ਜਮਾ ਹੋ ਗਏ ਨਾ ਉਹ ਕੀ ਹੋਣਗੇ ਇਲੈਕਟ੍ਰੋਨਸ ਨੂੰ ਰੋਕ ਲਗਾਣਗੇ ਯਾਨੀ ਪ੍ਰੋਪਰ ਫਲੋ ਹੋ ਨਹੀਂ ਪਾਏਗਾ ਦੈਟ ਮੀਨਸ ਜੇ ਚ 0.1 ਤਾਂ ਸਿੰਪਲ ਪਹਿਲਾ ਪੁਆਇੰਟ ਦੇ ਲਓ ਇੱਕ ਆਦਾ ਕਨੈਕਟ ਕਰਦਾ ਦੋ ਸੋਲੂਸ਼ਨ यानी कह सकते हैं आप कंप्लीट द सर्किट पहला सिंपल वाला पॉइंट ले दो अगला मैं समझानी है कंप्लीट द सर्किट ये मैं लिखा रही हूं फंक्शन ऑफ सॉल्ट ब्रिज फंक्शन ऑफ सॉल्ट ब्रिज दे की फंक्शन आ ठीक है जी कि सब तो पहला तो कनेक्ट करदा दो सोल्यूशन दूसरा कंप्लीट करदा सर्किट नु ठीक है पूरे सर्किट में की करदा कंप्लीट करदा है पूरा सर्किट में नेक्स्ट की आ गया दूसरा पॉइंट लिखो मेंटेन द इलेक्ट्रिकल न्यूट्रलिटी मैं समझानी किदा इलेक्ट्रिकल न्यूट्रलिटी कि इनु इलेक्ट्रिकली न्यूट्रल रखदा किदा मतलब कि ज्यादा जो इत्थे पॉजिटिव हो गया इन्हें की करना अपने विचों जिदा KCl टुटेगा K पॉजिटिव Cl नेगेटिव इन्हें Cl नेगेटिव की कर देना इधर भेज देना न्यूट्रलिटी ਵਧੀਆ ਹੋ ਜਾਏਗੀ ਉਹਨਾਂ ਕੀ ਹੋ ਗਿਆ ਇਲੈਕਟ੍ਰੋਨ ਦਾ ਫਲੋ ਕੀ ਹੋਏਗਾ ਸਹੀ ਹੋਏਗਾ ਉਹਨਾਂ ਨੂੰ ਜ਼ਿਆਦਾ ਰੋਕ ਨਹੀਂ ਲੱਗੇਗੀ ਇਹਦੀ ਦੂਸਰੀ ਸਾਈਡ ਦਾ ਕਾਪਰ ਇੱਧਰ ਵਾਲਾ ਹੈਗਾ ਆ ਜ਼ਿਆਦਾ 네ਗੇਟਿਵ ਹੋਏਗਾ ਉਧਰ ਕੀ ਭੇਜ ਦੇਗਾ ਉਹ ਜ਼ਿਆਦਾ ਪੋਜ਼ਿਟਿਵ ਜਿੱਦਾਂ ਇੱਥੇ ਟੁੱਟ ਕੇ SO4 ਵੀ ਹੋਣਗੇ ਕਾਪਰ 2 ਪੋਜ਼ਿਟਿਵ SO4 네ਗੇਟਿਵ ਇਹਨੇ ਕੀ ਕਰਨਾ ਆ ਇਲੈਕਟ੍ਰੋਨਸ ਨੂੰ ਪ੍ਰੋਪਰ स्पेस मिले काम करने ਲਈ दूसरा कि इथे इलेक्ट्रिकल न्यूट्रलिटी पूरे सोल्यूशन च मेंटेन रहे जिधर पॉजिटिव ज्यादा उधर ने अपने चो नेगेटिव भेज देना जिधर नेगेटिव ज्यादा उधरों की भेज देना पॉजिटिव भेज देना ये दो मेन फंक्शन है सॉल्ट ब्रिज दे कि एक तो सर्किट नु कंप्लीट करदा है दो सोल्यूशंस नु कनेक्ट करदा है सेकंड इज मेंटेन करदा इलेक्ट्रिक न्यूट्रलिटी एंड इलेक्ट्रॉन्स दा प्रॉपर फ्लो मेंटेन करके रखदा क्लियर सो यही जेडे सोल्यूशन आपस ता नहीं रिएक्ट करदे सी ना ताही सी इधर जाके कहने के इधर पॉजिटिव ज्यादा सी इधर Cl नेगेटिव भेज देना जिधर नेगेटिव ज्यादा होगा उधर उन्हें पॉजिटिव भेज देना क्लियर नेक्स्ट करते हैं ਆਪਾਂ हाँ ਇਹਦੇ ਵਿੱਚ ਨਾ ਦੋ ਪੁਆਇੰਟਸ ਤੁਸੀਂ ਹੋਰ ਨੋਟ ਕਰਨੇ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਕਿ ਇਹ ਵਾਲੀ ਹੈਗੀ ਜਦੋਂ ਮੈਂ ਦੱਸਿਆ ਕਿ ਐਕਸਟਰਨਲ ਜਿਹੜਾ ਆ ਵੋਲਟੇਜ ਹੈਗੀ ਲੈਸ ਦੈਨ 1.1 ਵੋਲਟੇਜ ਆ ਤਾਂ ਜਿਹੜੇ ਇਹ ਧਿਆਨ ਨਾਲ ਪੁਆਇੰਟ ਨੋਟ ਕਰ ਲਿਓ ਇਲੈਕਟ੍ਰੋਨ ਮੂਵ ਕਰਦੇ ਆ ਫਰੋਮ ਜ਼ਿੰਕ ਟੂ ਕਾਪਰ ਤੇ ਕਰੰਟ ਫਲੋ ਕਰਦਾ ਆ ਕਾਪਰ ਟੂ ਜ਼ਿੰਕ ਠੀਕ ਆ ਜੀ ਤੇ ਤੀਸਰਾ ਪੁਆਇੰਟ ਇਹਦੇ ਵਿੱਚ ਨੋਟ ਕਰ ਲਓ ਕਿ ਜ਼ਿੰਕ ਡਿਪੋਜ਼ਿਟ ਹੁੰਦਾ ਆ ਸੌਰੀ ਇੱਥੇ ਜ਼ਿੰਕ ਡਿਪੋਜ਼ਿਟ ਨਹੀਂ ਹੁੰਦਾ ਜ਼ਿੰਕ ਜਿਹੜੀ ਜ਼ਿੰਕ ਆਪਣਾ ਲਾਸ ਕਰਦਾ weight ਤੇ ਕਾਪਰ ਗੇਨ ਕਰਦਾ ਠੀਕ ਆ दूसरा ਜਦੋਂ ਇਹ ਐਕਸਟਰਨਲ ਵੋਲਟੇਜ 1.1 ਵੋਲਟ ਤੇ ਹੋਵੇ 1.1 ਤੇ ਉਦੋਂ नो फ्लो ऑफ करंट
नो फ्लो ऑफ इलैक्ट्रॉन एंड नो फ्लो ऑफ करंट। ना इलैक्ट्रॉन फ्लो करते ना करंट फ्लो करता। ते जदों ही एक्सटर्नल वोल्टेज जिहड़ी है ग्रेटर देन 1.1 वोल्ट हो जाएगी, सारा कुछ रिवर्स। इलैक्ट्रॉन कित्थों जाणगे? हुण जिहड़े इलैक्ट्रॉन आ वो जाणगे कॉपर टू जिंक, ते जिहड़ा चार्ज आएगा वो जाएगा जिंक टू करंट, जाएगा जिंक टू कॉपर, उल्टा हो जाएगा। ठीक है, मतलब जिद्दां कि जिंक टू कॉपर इलैक्ट्रॉन मूव कीते सीगे, ਇਹਦੇ ਵਿੱਚ ਕੀ ਹੋਏਗਾ कॉपर टू जिंक इलैक्ट्रॉन मूव ਕਰਨਗੇ, ਚਾਰਜ ਤਾਂ ਫਿਰ ਉਲਟਾ मूव ਕਰੇਗਾ। ਤੇ ਉਲਟਾ ਦੂਸਰਾ ਪੁਆਇੰਟ ਵੀ ਹੋ ਜਾਏਗਾ, ਜਦੋਂ ਅਸੀਂ ਵਧਾ ਦੇਵਾਂਗੇ ਤੇ ਕਾਪਰ ਦੀ ਰੋਡ ਜਿਹੜੀ ਆ ਉਹ ਆਪਣਾ weight loss ਕਰੇਗੀ, ਦੂਸਰੀ ਕੀ ਕਰੇਗੀ ਗੇਨ। मतलब ਆ ਤਿੰਨਾਂ ਪੁਆਇੰਟ ਦੇ ਬਿਲਕੁਲ ਆਪੋਜ਼ਿਟ ਹੋਏਗਾ ਇਹਦੇ ਤੇ ਜਦੋਂ ग्रेटर देन हो गया। 3 पॉइंट बहुत इंपॉर्टेंट है, लैस देन 1.1 वोल्ट इक्वल टू ते एंड ग्रेटर देन। तुसी एक याद रख लियो आ वाला कि 1.1 वोल्ट वाला जेड़ा मैं करवाया लैस देन ते ग्रेटर देन ते बिल्कुल उल्टा, ਇਹਦਾ ਸਾਰਾ ਕੁਝ उल्टा। ਜੇ ਇਹਨੇ लॉस ਕੀਤਾ ग्रेटर देन ਤੇ ਇਹਨੇ ਗੇਨ ਕਰ ਲੈਣਾ, ਉਹਨੇ ਜੇ ਗੇਨ ਕੀਤਾ ਸੀ ਉਹਨੇ लॉस ਕਰ ਲੈਣਾ। ਇਲੈਕਟ੍ਰੋਨ ਇੱਧਰ ਉੱਧਰ ਗਏ, ਉਧਰੋਂ ਇੱਧਰ ਆਣਗੇ। 1.1 ਤੇ ਇਕੁਅਲ ਤੇ ਇਹ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦੇਗਾ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਇਹਦੇ ਲਈ ਨੋਟ ਕਰਨ ਵਾਲੇ। ਮੈਂ ਬਹੁਤ ਇਹਨੂੰ ਸਿੰਪਲ ਵੇ ਦੇ ਨਾਲ ਜਿੰਨਾ ਹੋ ਸਕੇ ਸ਼ਾਰਟ ਦੇ ਵਿੱਚ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਹਾਫ ਸੈਲ ਰਿਐਕਸ਼ਨਾਂ ਵੀ, ਹਾਂਜੀ ਇਹ ਵਾਲੀ ਜਿਹੜੀ ਇੱਧਰ ਰਿਐਕਸ਼ਨ ਹੋਈ ਸੀ ਨਾ, ਇਹਨਾਂ ਨੂੰ ਹਾਫ ਸੈਲ ਰਿਐਕਸ਼ਨਸ ਬੋਲਦੇ ਆ। ਹਾਫ ਸੈਲ ਕਿਉਂਕਿ ਕੰਪਲੀਟ ਸੈੱਲਾਂ ਨੇ ਹਾਫ ਸੈਲ, ਅੱਧਾ ਸੈਲ ਇੱਧਰ ਅੱਧਾ ਸੈਲ ਉੱਧਰ। ਹਾਫ ਸੈਲ ਹੈ ਜਿਹਦੇ ਵਿੱਚ ਜ਼ਿੰਕ ਤੋਂ ਕੀ ਬਣਿਆ, ਜ਼ਿੰਕ 2 ਪੋਜ਼ਿਟਿਵ ਪਲੱਸ 2 ਇਲੈਕਟ੍ਰੋਨ। ਇੱਧੇ ਉੱਧਰ ਹਾਫ ਸੈਲ, ਇਹ ਹਾਫ ਸੈਲ ਆਕਸੀਡੇਸ਼ਨ ਹਾਫ ਸੈਲ ਰਿਐਕਸ਼ਨ ਆ, ਆਕਸੀਡੇਸ਼ਨ ਹਾਫ ਸੈਲ ਰਿਐਕਸ਼ਨ ਆ। ਉਹਦੇ ਕਾਪਰ ਲਈ ਕੀ ਹੋਏਗੀ, ਰਿਡਕਸ਼ਨ ਹਾਫ ਸੈਲ ਰਿਐਕਸ਼ਨ। ठीक है, यानी कॉपर 2 पॉजिटिव 2 इलेक्ट्रॉन गेन करके की बनेगा कॉपर, ते कॉपर सारा इत्थे साइडां ते डिपॉजिट होएगा। हुण ध्यान दो सैल दी रिप्रेजेंटेशन बहुत इंपॉर्टेंट है। सैल रिप्रेजेंटेशन ये की हुंदी है, जिद्दां जिंक तो की बनिया जिंक 2 पॉजिटिव, ठीक है, जिंक तो की बनिया जिंक 2 पॉजिटिव, बीच लगावांगे आपां सॉल्ट ब्रिज, ये निशान हुंदा सॉल्ट ब्रिज, ते कॉपर 2 पॉजिटिव 1 मोलर लिख लो, तो की बनिया कॉपर। क्लियर? जिंक तो की बनिया जिंक 2 पॉजिटिव, बीच लावांगे आपां सॉल्ट ब्रिज, ते फिर कॉपर 2 पॉजिटिव तो की बनिया इधर कॉपर। यानी कि इत्थे तुसी जेहड़ी एनोड ते हाफ सेल रिएक्शन हुई है वो लिखदे आ, इत्थे जेहड़ी कैथोड ते हाफ सेल रिएक्शन हुई वो लिखदे आ। क्लियर? ये दोनों हाफ सेल जेहड़ियां तुहाडे कोल रिएक्शंस हुंदियां आ, ਉਹਦੇ ਵਿੱਚ ਕੀ ਲਗਾਉਂਦੇ ਹੋ ਤੁਸੀਂ, ਸੌਲਟ ਬ੍ਰਿਜ। ਇਹ ਰਿਪਰੈਜ਼ੈਂਟੇਸ਼ਨ ਆ ਲਿਖਣ ਦਾ, ਕਿਤੇ ਵੀ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਸਿੰਪਲ ਕੀ ਰਿਪਰੈਜ਼ੈਂਟ ਕਰੋ, ਇਸ ਸੈੱਲ ਦੀ ਰਿਪਰੈਜ਼ੈਂਟੇਸ਼ਨ ਕਰੋ, ਤੁਹਾਨੂੰ ਦੱਸ ਦੇਗਾ ਆਕਸੀਡੇਸ਼ਨ ਵੀ ਕਿੱਧਰ ਹੋਈ, ਰਿਡਕਸ਼ਨ ਵੀ। ਇੱਧਰ ਤੁਸੀਂ ਆਕਸੀਡੇਸ਼ਨ ਰੱਖਣੀ ਆ, ਇੱਧਰ ਤੁਸੀਂ ਰਿਡਕਸ਼ਨ ਰੱਖਣੀ ਆ, ਗੱਬੇ ਕੀ ਲਗਾਣਾ, ਸੌਲਟ ਬ੍ਰਿਜ। ਕਲੀਅਰ? ਏਦਾਂ ਅਲੱਗ-ਅਲੱਗ ਅਸੀਂ ਸੈੱਲ ਦੀ ਮੈਂ ਕੁਝ ਕਰਵਾਵਾਂਗੀ ਵੀ ਅੱਗੇ, ਠੀਕ ਹੈ, ਬਟ ਇੱਥੇ ਜੋ ਮੇਨ ਚੀਜ਼ਾਂ ਤੁਸੀਂ ਇਹ ਵਾਲੀਆਂ ਧਿਆਨ ਰੱਖਣੀਆਂ ਕਿ ਇੱਥੇ ਆਕਸੀਡੇਸ਼ਨ ਹਾਫ ਸੈਲ ਰਿਐਕਸ਼ਨ ਹੋ ਗਈ, ਗੱਬੇ ਸੌਲਟ ਬ੍ਰਿਜ ਲਾਣੀ, ਤੇ ਫਿਰ ਰਿਡਕਸ਼ਨ ਹਾਫ ਸੈਲ ਰਿਐਕਸ਼ਨ। ਠੀਕ ਹੈ, 1 ਮੋਲਰ ਜਿਹੜੀ ਚੀਜ਼ ਆਪਾਂ ਯੂਜ਼ ਕੀਤੀ ਹੈ ਉਹ ਲਿਖ। ਸੋ ਦਿਸ ਇਜ਼ ਆਲ ਅਬਾਊਟ ਦ ਇਲੈਕਟ੍ਰੋਕੈਮੀਕਲ ਸੈਲ। ਇੱਕ ਵਾਰੀ ਕਨਕਲੂਡ ਕਰਦੇ ਹਾਂ। ਇਹਦੇ ਵਿੱਚ ਕੀ ਕੀਤਾ, ਜਿਹੜੀ ਰਿਡੌਕਸ ਸਪੌਂਟੇਨੀਅਸ ਰਿਡੌਕਸ ਰਿਐਕਸ਼ਨ ਹੋਈ, ਉਹ ਜਿਹੜੀ ਕੈਮੀਕਲ એનર્ਜੀ ਆ ਉਹ ਕਿਚ ਕਨਵਰਟ ਕਰਦੇ ਆਪਾਂ ਇਲੈਕਟ੍ਰੀਕਲ એનર્ਜੀ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਇੱਕ ਗੈਲਵੈਨਿਕ ਸੈਲ ਡੈਲੀਅਸ ਸੈਲ ਪੜਿਆ, ਜਿਹਦੇ ਵਿੱਚ ਸੀਗਾ ਜ਼ਿੰਕ ਰੋਡ ਨੂੰ ਡਿਪ ਕੀਤਾ ਜ਼ਿੰਕ ਸਲਫੇਟ ਸੋਲੂਸ਼ਨ 1 ਮੋਲਰ ਐਂਡ ਸੇਮ ਕਾਪਰ ਰੋਡ ਨੂੰ 1 ਮੋਲਰ ਕਾਪਰ ਸਲਫੇਟ ਸੋਲੂਸ਼ਨ ਚ ਮਿਕਸ ਕੀਤਾ। ਦੋਨੀ ਰੋਡਸ ਨੂੰ ਆਪਾਂ ਕਨੈਕਟ ਕੀਤਾ ਇੱਕ ਵਾਰ ਦੇ ਥਰੂ ਕੀ ਐਂਡ ਐਮੀਟਰ ਦੇ ਨਾਲ, ਤੇ ਜਿਹੜੇ ਸੋਲੂਸ਼ਨਸ ਉਹਨਾਂ ਨੂੰ ਕਨੈਕਟ ਕੀਤਾ ਥਰੂ ਅ ਸਾਲਟ ਬ੍ਰਿਜ। ਸਾਲਟ ਬ੍ਰਿਜ ਅ ਯੂ ਸ਼ੇਪ ਟਿਊਬ, ਇਟ ਕੰਟੇਨ ਅ KCl KNO3 NH4 NO3 like solution which are saturated solution, they do not chemically react with each other, ठीक है, एक नहीं करते एंड दे ਇਹਨਾਂ ਨੂੰ ਆਪਾਂ ਰੱਖਿਆ ਕਿ ਇਹਦੇ ਵਿੱਚ ਹੁੰਦਾ ਇਹਦਾ ਅਗਰ ਜੈਲੀ ਔਰ ਜੈਲੇਟਿਨ, ਕਲੀਅਰ, ਕਿ ਤਾਂ ਕਿ ਕੈਮੀਕਲੀ ਰਿਐਕਟ ਨਾ ਕਰਨ। What is the function of these salt bridge? They help to connect the both solution and also help to maintain the electrical neutrality in these two solutions. Okay, so there is a proper flow of electrons. And the last is zinc rod act as anode and copper rod act as cathode, negative here and positive there. And it lost its weight and copper rod gain the weight. That means copper deposit around this rod and it loses some concentration of zinc 2 positive. Clear? So ਇਹ ਜਿਹੜਾ ਇਹਦੇ ਬਾਰੇ ਕੁਝ ਜਿਹੜਾ ਇੰਪੋਰਟੈਂਟ ਹੈਗਾ ਹੈ, ਤੇ ਐਂਡ ਉਸ ਤੋਂ ਬਾਅਦ ਸੀਗਾ ਕਿ ਐਕਸਟਰਨਲ ਵੋਲਟ ਜਿਹੜੀ ਐਕਸਟਰਨਲ ਵੋਲਟੇਜ ਦਿੰਨੀ ਹੈ ਜੇ 1.1 ਤੋਂ ਘੱਟ ਆ ਤੇ ਜ਼ਿੰਕ ਤੋਂ ਕਾਪਰ ਇਲੈਕਟ੍ਰੋਨ ਜਾਣਗੇ ਤੇ ਕਰੰਟ ਬਿਲਕੁਲ ਉਹ ਤੋਂ ਆਪੋਜ਼ਿਟ ਹੋਏਗਾ। ਇਹ ਵਾਲਾ ਮੈਕੈਨਿਜ਼ਮ ਹੈਗਾ। ਬਟ ਜੇ ਉਹ ਤੋਂ ਜ਼ਿਆਦਾ ਹੋ ਜਾਂਦੀ ਹੈ ਬਿਲਕੁਲ ਰਿਵਰਸ ਹੋ ਜਾਏਗਾ, ਇਲੈਕਟ੍ਰੋਨ ਕਾਪਰ ਤੋਂ ਜ਼ਿੰਕ ਵੱਲ ਆਣਗੇ ਤੇ ਕਰੰਟ ਜ਼ਿੰਕ ਤੋਂ ਕਾਪਰ ਵੱਲ ਜਾਏਗਾ। ਠੀਕ ਹੈ, ਇਹਦੇ ਵਿੱਚ ਤਾਂ ਕਰੰਟ ਦੀ ਡਾਇਰੈਕਸ਼ਨ ਮੈਂ ਇਧਰ ਲਗਾਈ ਹੋਈ ਹੈ ਨਾ,
जे इक्वल टू हो जाता then is there is no flow of electron. If there is no flow of current, electron, then there is no flow of current also. Okay, so ये important point है, चंगी तरह नोट कर लेने का, कंक्लूड बना के ना लिख लेना भी शॉर्टकट ट्रिक तुहानू दसी लोन ਉਹਨੂੰ याद रखियो, भुलेगा नहीं तुहानू किधर ऑक्सीडेशन आ, किधर लॉस होया, किधर एनोड। जे तुहानू वीडियो पसंद आई लाइक एंड कमेंट जरूर करियो ते होरां नाल शेयर करियो। थैंक्स फॉर वाचिंग द वीडियो।